हाँ जी। गुड ਵੈਲਕਮ ਸਟੂਡੈਂਟਸ ਟੂ ਕਾਮਰਸ ਸਟੱਡੀ। ਅੱਜ ਇਕਨੋਮਿਕਸ ਦੇ ਲੈਕਚਰ ਦੇ ਵਿੱਚ ਇੰਡੀਅਨ ਇਕੋਨਮੀ ਦਾ ਇੱਕ ਟੌਪਿਕ ਪੜਾਂਗੇ, ਪਾਵਰਟੀ ਪ੍ਰੋਬਲਮ। ਕਿ ਪਾਵਰਟੀ ਪ੍ਰੋਬਲਮ ਕੀ ਹੁੰਦੀ ਹੈ। ਸਭ ਤੋਂ ਫਸਟ ਆਫ ਆਲ ਡਿਸਕਸ ਕਰਾਂਗੇ ਮੀਨਿੰਗ ਆਫ ਦਾ ਪਾਵਰਟੀ। ਕਿ ਪਾਵਰਟੀ ਕੀ ਹੁੰਦੀ ਹੈ। ਪਾਵਰਟੀ ਉਹ ਸਟੇਟ ਹੁੰਦੀ ਹੈ ਜਿਹਦੇ ਵਿੱਚ ਇੰਡੀਵਿਜੂਅਲ ਜੋ ਹੈਗਾ ਹੈ ਜਾਂ ਕੋਈ ਫੈਮਿਲੀ ਜਾਂ ਕੋਈ ਸੁਸਾਇਟੀ 'ਚ ਪਰਸਨ ਜਿਹੜਾ ਹੈਗਾ ਹੈ, ਜਿਹੜਾ ਆਪਣੀ ਇੱਛਾਵਾਂ ਨੂੰ ਜਾਂ ਬੇਸਿਕ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਪਾ ਰਿਹਾ, ਉਹਨੂੰ ਕਹਿੰਦੇ ਆ ਪਾਵਰਟੀ। ਠੀਕ ਹੈ। ਗਰੀਬੀ, ਪਾਵਰਟੀ ਮਤਲਬ ਹੁੰਦਾ ਗਰੀਬੀ। ਗਰੀਬੀ ਕਿਹਨੂੰ ਕਹਿੰਦੇ ਕਿ ਉਹ ਲੈਵਲ ਹੈਗਾ ਜਿੱਥੇ ਕੋਈ ਪਰਸਨ ਜਾਂ ਕੋਈ ਫੈਮਿਲੀ ਜਾਂ ਕੋਈ ਸੁਸਾਇਟੀ ਕੋਈ ਵੀ ਜੋ ਹੈਗਾ ਹੈ ਉਹ ਆਪਣੀ ਡੇਲੀ ਨੀਡਸ ਜਾਂ ਬੇਸਿਕ ਨੀਡਸ ਜਿਹੜੀ ਪੂਰੀ ਨਹੀਂ ਕਰ ਰਿਹਾ। ਬੇਸਿਕ ਨੀਡਸ ਕੀ ਹੈ? ਡੈਟ ਇਜ਼ ਅ ਫੂਡ, ਕਲੋਥ, ਸ਼ੈਲਟਰ, ਡੈਟ ਇਜ਼ ਅ ਬੇਸਿਕ ਨੀਡਸ। ਜਿਹਦੀ ਇਹ ਵੀ ਬੇਸਿਕ ਨੀਡ ਪੂਰੀ ਨਹੀਂ ਹੋ ਰਹੀ ਉਹਨੂੰ ਕਹਿੰਦੇ ਪਾਵਰਟੀ। ਐਂਡ ਐਜ਼ ਪਰ ਵਰਲਡ ਬੈਂਕ ਜਿਹੜੀ ਹੈਗੀ ਹੈ ਇਹਨੂੰ ਜਿਹੜਾ ਹੈਗਾ ਹੈ ਬਰੋਡਲੀ ਇਹਨੂੰ ਡਿਫਾਈਨ ਕੀਤਾ ਗਿਆ ਹੈ। ਐਜ਼ ਪਰ ਵਰਲਡ ਬੈਂਕ ਦੇ ਅਕੋਰਡਿੰਗ ਪਾਵਰਟੀ ਦਾ ਮਤਲਬ ਇਹ ਹੈਗਾ ਹੈ ਕਿ ਇਹਦੇ ਵਿੱਚ ਕਈ ਸਾਰੀਆਂ ਡਾਇਮੈਂਸ਼ਨਸ ਇਨਵੋਲਵਡ ਹੈ। ਹੁਣ ਜਿਸ ਪਰਸਨ ਦੀ ਇਨਕਮ ਘੱਟ ਹੈਗੀ ਹੈ ਜਾਂ ਜਿਹੜਾ ਪਰਸਨ ਆਪਣੀ ਬੇਸਿਕ ਜ਼ਰੂਰਤਾਂ ਪੂਰੀਆਂ ਨਹੀਂ ਕਰ ਪਾ ਰਿਹਾ ਜਾਂ ਜਿਹਨੂੰ ਬੇਸਿਕ ਸਰਵਿਸਿਜ਼ ਨਹੀਂ ਮਿਲ ਰਹੀਆਂ ਜੋ ਕਿ ਜੀਣ ਵਾਸਤੇ ਜ਼ਰੂਰੀ ਹੈਗੀਆਂ, ਜਾਂ ਫਿਰ ਮਤਲਬ ਕਿ ਜਿਹਦੇ ਕੀ ਹੈਗਾ ਲੋ ਲੈਵਲ ਆਫ ਹੈਲਥ ਹੈਗੀ ਹੈ, ਐਜੂਕੇਸ਼ਨ ਪ੍ਰੋਪਰ ਨਹੀਂ ਮਿਲ ਰਹੀ, ਜਾਂ ਫਿਰ ਮਤਲਬ ਕਿ ਪੂਰੀ ਓਪਰਚੁਨਿਟੀ ਨਹੀਂ ਮਿਲ ਰਹੀ ਬੈਟਰ ਲਾਈਫ ਜੀਣ ਵਾਸਤੇ। ਠੀਕ ਹੈ। ਉਸ ਚੀਜ਼ ਨੂੰ ਕਹਿੰਦੇ ਆ ਪਾਵਰਟੀ। ਠੀਕ ਹੈ। ਹੁਣ ਪਾਵਰਟੀ ਕੀ ਕਿ ਨਾ ਕਿ ਕਿਸੇ ਤਰੀਕੇ ਦੀ ਵੀ ਜਿਹੜੀ ਹੈਗੀ ਫੈਸਿਲਿਟੀ ਅਵੇਲਡ ਨਹੀਂ ਹੋ ਰਹੀ, ਬੇਸਿਕ ਜ਼ਰੂਰਤਾਂ ਵੀ ਪੂਰੀਆਂ ਨਹੀਂ ਹੋ ਰਹੀਆਂ, ਇਨਕਮ ਵੀ ਲੋ ਹੈਗੀ ਹੈ, ਫਿਰ ਹੈਲਥ ਫੈਸਿਲਿਟੀ ਨਹੀਂ ਹੈਗੀ, ਐਜੂਕੇਸ਼ਨ ਲੈਵਲ ਅੱਛਾ ਨਹੀਂ ਹੈਗਾ, ਔਰ ਬੈਟਰ ਲਾਈਫ ਜੀਣ ਵਾਸਤੇ ਕੋਈ ਵੀ ਸੋਰਸ ਨਹੀਂ ਹੈਗਾ। ਇਹਨੂੰ ਆਪਾਂ ਕਹਿੰਦੇ ਹਾਂ ਪਾਵਰਟੀ। ਹੁਣ ਕਾਜ਼ਸ ਆਫ ਪਾਵਰਟੀ, ਕਾਰਨ ਕੀ ਹੈ ਪਾਵਰਟੀ ਦੇ? ਸਭ ਤੋਂ ਪਹਿਲਾਂ ਹੈਗਾ ਹਾਈ ਪ੍ਰੈਸ਼ਰ ਆਫ ਪਾਪੂਲੇਸ਼ਨ। ਹੁਣ ਤੁਹਾਨੂੰ ਉਸ ਕੰਟਰੀ ਦੇ ਵਿੱਚ ਪਾਵਰਟੀ ਦੇਖਣ ਨੂੰ ਮਿਲੂਗੀ, ਗਰੀਬੀ ਦੇਖਣ ਨੂੰ ਮਿਲੂਗੀ ਜਿੱਥੇ ਪਾਪੂਲੇਸ਼ਨ ਬਹੁਤ ਜ਼ਿਆਦਾ ਹੈ। ਕਿਉਂਕਿ ਜਦੋਂ ਪਾਪੂਲੇਸ਼ਨ ਜ਼ਿਆਦਾ ਹੋ ਜਾਂਦੀ ਹੈ ਫਿਰ ਉਹਨਾਂ ਨੂੰ ਸਾਰੇ ਰਿਸੋਰਸਿਸ ਪ੍ਰੋਵਾਈਡ ਕਰਨੇ ਪ੍ਰੋਬਲਮ ਹੋ ਜਾਂਦੀ ਹੈ ਇਕੋਨਮੀ ਵਾਸਤੇ। ਠੀਕ ਹੈ। ਯਾਨੀ ਕਿ ਜਿੱਥੇ ਪਾਪੂਲੇਸ਼ਨ ਜ਼ਿਆਦਾ ਹੈਗੀ ਹੈ, ਡੇ ਬਾਏ ਡੇ ਪਾਪੂਲੇਸ਼ਨ ਇਨਕਰੀਜ਼ ਹੋ ਰਹੀ ਹੈ ਔਰ ਪਾਪੂਲੇਸ਼ਨ ਦਾ ਬਰਡਨ ਹੈ ਕੰਟਰੀ 'ਤੇ ਜਾਂ ਇਕੋਨਮੀ 'ਤੇ, ਉਸ ਕੇਸ 'ਤੇ ਵੀ ਜਿਹੜੀ ਹੈਗੀ ਹੈ ਪਾਵਰਟੀ ਆ ਜਾਂਦੀ ਹੈ। ਲੋ ਗਰੋਥ ਰੇਟ, ਹੁਣ ਜਿਸ ਕੰਟਰੀ ਦੀ ਪਰ ਕੈਪੀਟਲ ਇਨਕਮ ਕੀ ਕਮਾਉਣ ਵਾਲੇ ਥੋੜ੍ਹੇ ਹੈ, ਖਾਣ ਵਾਲੇ ਜ਼ਿਆਦਾ ਹੈਗੇ ਹੈ, ਔਰ ਜਿਹਦੇ ਕਰਕੇ ਕੀ ਹੋ ਜਾਂਦਾ ਕਿ ਇਕੋਨਮੀ ਦੇ ਵਿੱਚ ਜਿਹੜੀ ਹੈਗੀ ਪਰ ਕੈਪੀਟਲ ਇਨਕਮ ਜਿਹੜੀ ਹੈਗੀ ਘੱਟ ਜਾਂਦੀ ਹੈ। ਕਿਉਂਕਿ ਜਿਹੜੀ ਪਰ ਕੈਪੀਟਲ ਇਨਕਮ ਹੈਗੀ ਹੈ, ਪਰ ਕੈਪੀਟਲ ਇਨਕਮ ਮੀਨਸ ਕਿ ਪਰ ਪਰਸਨ ਕਿੰਨੀ ਕਮਾਈ ਕਰ ਰਿਹਾ ਹੈ। ਹੁਣ ਇਸ ਕੇਸ ਵਿੱਚ ਕੀ ਹੈਗਾ ਕਿ ਜੇ ਮਤਲਬ ਕਿ ਕੀ ਹੈਗਾ ਹੈ, ਜੇ ਪਾਪੂਲੇਸ਼ਨ ਜ਼ਿਆਦਾ ਹੈਗੀ ਹੈ ਉਸ ਕੇਸ ਦੇ ਵਿੱਚ ਕੀ ਹੈਗਾ ਕਿ ਕਮਾਉਂਦੇ ਥੋੜ੍ਹੇ ਹੈਗੇ ਹੈ ਔਰ ਖਾਂਦੇ ਉਸ ਦੇ ਤੋਂ ਜ਼ਿਆਦਾ ਹੈਗੇ, ਕੰਜ਼ਿਊਮ ਜ਼ਿਆਦਾ ਕਰਦੇ ਹੈਗੇ, ਜਿਹਦੇ ਕਰਕੇ ਕੀ ਹੈ ਕੰਟਰੀ ਦੀ ਵੀ ਪਰ ਕੈਪੀਟਲ ਇਨਕਮ ਲੋ ਹੋ ਜਾਂਦੀ ਹੈ, ਜਿਹਦੇ ਕਰਕੇ ਕੀ ਹੈ ਕਿ ਗਰੀਬੀ ਆਉਣੀ ਸ਼ੁਰੂ ਹੋ ਜਾਂਦੀ ਹੈ। ਤੀਸਰਾ ਪੁਆਇੰਟ ਕੀ ਹੈਗਾ ਪੂਅਰ ਐਗਰੀਕਲਚਰ ਇਨਫਰਾਸਟਰਕਚਰ। ਆਪਣੀ ਇੰਡੀਅਨ ਇਕੋਨਮੀ ਜਿਹੜੀ ਹੈ ਬੇਸਿਕਲੀ ਇੱਥੇ ਦਾ ਜਿਹੜਾ ਸੋਰਸ ਹੈਗਾ ਉਹ ਹੈਗਾ ਐਗਰੀਕਲਚਰ, ਇਨਕਮ ਦਾ ਸੋਰਸ ਹੈਗਾ ਐਗਰੀਕਲਚਰ। ਬਟ ਸਟਿਲ ਜਿਹੜਾ ਆਪਣਾ ਐਗਰੀਕਲਚਰ ਸਟਰਕਚਰ ਹੈਗਾ ਹੈ ਇਹ ਇੰਨਾ ਵਧੀਆ ਨਹੀਂ ਹੈਗਾ। ਜਿਹੜੇ ਵੀ ਮਤਲਬ ਕਿ ਫਾਰਮਰਸ ਹੈਗੇ ਆ ਉਹਨਾਂ ਕੋਲ ਅੱਛੇ ਟੂਲਸ ਨਹੀਂ ਹੈ, ਮਸ਼ੀਨਸ ਨਹੀਂ ਹੈ, ਮਾਡਰਨ ਟੈਕਨੀਕ ਨਹੀਂ ਹੈਗੀ ਜਿਹਦੇ ਨਾਲ ਉਹ ਐਗਰੀਕਲਚਰ ਨੂੰ ਵਧੀਆ ਬਣਾ ਸਕਣ। ਹੁਣ ਮਤਲਬ ਕਿ ਇਹ ਇੰਡੀਆ ਜਿਹੜਾ ਹੈਗਾ ਐਗਰੀਕਲਚਰ ਦੀ ਕੰਟਰੀ ਹੈ ਐਂਡ ਐਗਰੀਕਲਚਰ ਕਰਨ ਵਾਸਤੇ ਹੀ ਸੋਰਸਿਸ ਨਹੀਂ ਹੈ। ਕੁਝ ਵਾਟਰ ਸਪਲਾਈ ਕਰਨ ਦਾ ਸੋਰਸ ਨਹੀਂ ਹੈ, ਕੁਝ ਮਤਲਬ ਕਿ ਕੀ ਕਹਿੰਦੇ ਹੈ ਟੂਲਸ ਨਹੀਂ ਹੈ, ਟੈਕਨੀਕਸ ਨਹੀਂ ਹੈ। ਈਵਨ ਤੁਸੀਂ ਮਤਲਬ ਕਿ ਆਪ ਵੀ ਕਈ ਵਾਰ ਨਿਊਜ਼ ਵਿੱਚ ਸੁਣਦੇ ਹੋ ਕਿ ਫਾਰਮਰਸ ਦੇ ਸੁਸਾਈਡ ਵਗੈਰਾ ਕਰ ਲਏ। ਉਹ ਕਿਉਂ ਹੋ ਰਿਹਾ? ਕਿਉਂਕਿ ਉਹਨਾਂ ਦੀ ਖੇਤੀ ਜਿਹੜੀ ਹੈਗੀ ਹੈ ਜਿੰਨਾ ਵੀ ਉਹ ਕਮਾਈ ਹੋਣੀ ਚਾਹੀਦੀ ਉਨੀ ਕਮਾਈ ਉਹਨਾਂ ਦੀ ਖੇਤੀ ਤੋਂ ਨਹੀਂ ਹੁੰਦੀ। ਉਹ ਕਿਉਂ ਨਹੀਂ ਹੁੰਦੀ? ਕਿਉਂਕਿ ਉਹਨਾਂ ਕੋਲ ਇੰਨੇ ਇਨਫਰਾਸਟਰਕਚਰ ਹੀ ਨਹੀਂ ਹੈ, ਇੰਨੇ ਸੋਰਸਿਸ ਹੀ ਨਹੀਂ ਹੈ ਕਿ ਉਹਨਾਂ ਦੀ ਖੇਤੀ ਅੱਛੀ ਹੋ ਸਕੇ। ਐਂਡ ਡੇ ਬਾਏ ਡੇ ਪਾਪੂਲੇਸ਼ਨ ਇਨਕਰੀਜ਼ ਹੋਣ ਦੇ ਨਾਲ ਲੈਂਡ ਜੋ ਹੈ ਉਧਰ ਬਿਲਡਿੰਗਸ ਬਣਾਉਣ ਵਿੱਚ, ਫੈਕਟਰੀ ਬਣਾਉਣ ਵਿੱਚ, ਬਿਜ਼ਨਸ ਬਣਾਉਣ ਵਿੱਚ ਲੱਗ ਰਹੀਆਂ ਐਂਡ ਡੇ ਬਾਏ ਡੇ ਐਗਰੀਕਲਚਰ ਲੈਂਡ ਵੀ ਜਿਹੜੀ ਹੈਗੀ ਘਟੀ ਜਾ ਰਹੀ ਹੈ, ਜਿਹਦੇ ਕਰਕੇ ਪ੍ਰੋਬਲਮ ਆ ਰਹੀ ਹੈ ਐਂਡ ਪਾਵਰਟੀ ਨਹੀਂ ਹੈ। ਅਨਇਕੁਅਲ ਡਿਸਟਰੀਬਿਊਸ਼ਨ ਆਫ ਇਨਕਮ। ਹੁਣ ਸਾਡੀ ਜਿਹੜੀ ਕੰਟਰੀ ਹੈਗੀ ਹੈ ਇਹਦੇ ਵਿੱਚ ਜਿਹੜਾ ਡਿਸਟਰੀਬਿਊਸ਼ਨ ਆਫ ਇਨਕਮ ਦਾ ਲੈਵਲ ਹੈਗਾ ਹੈ, ਠੀਕ ਹੈ, ਉਹ ਵੀ ਸਹੀ ਨਹੀਂ ਹੈਗਾ। ਹੁਣ ਇਹਦੇ ਵਿੱਚ ਕੀ ਹੈਗਾ ਹੈ ਕਿ ਜਿਹੜੇ ਰਿਚ ਹੈ, ਰਿਚ ਬਿਕਮ ਮੋਰ ਰਿਚਰ ਐਂਡ ਪੂਅਰ ਬਿਕਮ ਮੋਰ ਪੂਅਰ। ਜਿਹੜੇ ਅਮੀਰ ਹੈ ਉਹ ਹੋਰ ਜ਼ਿਆਦਾ ਅਮੀਰ ਹੋ ਰਹੇ ਹੈ, ਜਿਹੜੇ ਪੂਅਰ ਹੋ ਰਹੇ ਹੈ, ਪੂਅਰ ਹੈਗੇ ਉਹ ਹੋਰ ਗਰੀਬ ਹੋ ਰਹੇ ਹੈ। ਜਿਹੜਾ ਇਨਕਮ ਲੈਵਲ ਦੇ ਵਿੱਚ ਇਨਇਕੁਐਲਿਟੀ ਹੈ ਉਹ ਵੀ ਜਿਹੜੀ ਹੈਗੀ ਹੈ ਪ੍ਰੋਬਲਮ ਕ੍ਰੀਏਟ ਕਰ ਰਹੀ ਹੈ। ਅੱਗੇ ਕੀ ਹੈਗਾ ਹੈ ਅਨਇੰਪਲੋਇਮੈਂਟ। ਅਨਇੰਪਲੋਇਮੈਂਟ ਵਿੱਚ ਕੀ ਹੈਗਾ ਕਿ ਜਿੱਦਾਂ ਡੇ ਬਾਏ ਡੇ ਪਾਪੂਲੇਸ਼ਨ ਇਨਕਰੀਜ਼ ਹੋ ਰਹੀ ਹੈ ਉਹਦੇ ਨਾਲ ਕੀ ਹੋ ਰਿਹਾ ਬੇਰੁਜ਼ਗਾਰੀ ਵੀ ਇਨਕਰੀਜ਼ ਹੋਈ ਜਾ ਰਹੀ ਹੈ। ਬੇਰੁਜ਼ਗਾਰੀ ਦਾ ਰੇਟ ਜਿਹੜਾ ਹਾਈ ਹੋਣ ਕਰਕੇ ਵੀ ਜਿਹੜਾ ਹੈਗਾ ਇਨਕਮ ਦੇ ਸੋਰਸਿਸ ਨਹੀਂ ਲੋਕਾਂ ਕੋਲ ਪ੍ਰੋਵਾਈਡ ਹੁੰਦੇ ਐਂਡ ਜਿਹਦੇ ਕਰਕੇ ਕੀ ਆ ਜਾਂਦਾ ਪਾਵਰਟੀ। ਜਦੋਂ ਕਿਉਂਕਿ ਇਨਕਮ ਨਹੀਂ ਹੋਏਗੀ ਬੇਰੁਜ਼ਗਾਰੀ ਹੋਏਗੀ, ਜਿਹਦੇ ਕਰਕੇ ਕੀ ਹੋ ਜਾਏਗਾ ਪਾਵਰਟੀ ਹੋ ਜਾਏਗੀ।
ਅੱਗੇ ਕੀ ਹੈਗਾ ਨੈਕਸਟ ਪੁਆਇੰਟ ਅੰਡਰ ਯੂਟੀਲਾਈਜੇਸ਼ਨ ਰਿਸੋਰਸਿਸ ਕਿ ਜਿਹੜੇ ਆਪਣੇ ਕੋਲ ਰਿਸੋਰਸਿਸ ਹੈਗੇ ਹੈ ਉਹ ਵੀ ਜਿਹੜੇ ਹੈਗੇ ਆ ਪ੍ਰੋਪਰਲੀ ਯੂਜ਼ ਨਹੀਂ ਹੋ ਰਹੇ। ਹੁਣ ਮੋਸਟ ਆਫ ਦਾ ਜਿਹੜੀ ਹੈਗੀ ਹੈ ਗਾਈਜ਼ਡ ਅਨਇੰਪਲੋਇਮੈਂਟ ਦੇਖਣ ਨੂੰ ਮਿਲਦੀ ਹੈ। ਡਿਸਗਾਈਜ਼ਡ ਅਨਇੰਪਲੋਇਮੈਂਟ ਕੀ ਹੁੰਦੀ ਹੈ ਕਿ ਜੇ ਤੇ 2 ਜਾਣਿਆਂ ਦੀ ਲੋੜ ਹੈਗੀ ਹੈ ਤਾਂ 4 ਜਾਣੇ ਜਿਹੜੇ ਕੰਮ ਕਰ ਰਹੇ ਹੈ, ਠੀਕ ਹੈ, ਜਿਹਦੇ ਕਰਕੇ ਕੀ ਹੈ ਕਿ ਜਿਹੜੇ ਰਿਸੋਰਸਿਸ ਹੈਗੇ ਹੈ, ਸਾਧਨ ਹੈਗੇ ਹੈ, ਉਹਨਾਂ ਦਾ ਚੰਗੀ ਤਰ੍ਹਾਂ ਯੂਜ਼ ਨਹੀਂ ਹੋ ਰਿਹਾ, ਉਹਨਾਂ ਦੀ ਵੇਸਟੇਜ ਹੋ ਰਹੀ ਹੈ, ਠੀਕ ਹੈ। ਹੁਣ ਜਿੱਦਾਂ ਐਗਰੀਕਲਚਰ ਸੈਕਟਰ ਹੀ ਲੈ ਲਓ, ਉੱਥੇ 3 ਜਾਣਿਆਂ ਦੀ ਲੋੜ ਹੈ ਅਤੇ 6 ਜਾਣੇ ਵਰਕ ਕਰ ਰਹੇ ਆ ਫਾਰਮ ਦੇ ਵਿੱਚ, ਅਤੇ ਜਿਹਦੇ ਨਾਲ ਕੀ ਹੈ ਕਿ ਜਿਹੜੀ ਲੈਂਡ ਦੀ ਯੂਟੀਲਾਈਜੇਸ਼ਨ ਹੈ ਪੂਰੀ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਹੋ ਰਹੀ। ਇਹ ਸਾਰੇ ਕਾਰਨ ਹੈਗੇ ਹੈ ਜਿਹਦੇ ਕਰਕੇ ਕੀ ਹੈਗਾ ਕਿ ਪਾਵਰਟੀ ਇਨਕਰੀਜ਼ ਹੋ ਰਹੀ ਹੈ। ਹੁਣ ਅੱਗੇ ਕੀ ਹੈ ਇਨਫਲੇਸ਼ਨ ਐਂਡ ਪ੍ਰਾਈਸ ਹਾਈਕਸ। ਡੇ ਬਾਏ ਡੇ ਕੀ ਹੋ ਰਿਹਾ ਹੈ ਕਿ ਪ੍ਰਾਈਸਿਸ ਦੇ ਵਿੱਚ ਰਾਈਜ਼ ਹੋ ਰਿਹਾ ਹੈ। ਪ੍ਰਾਈਸ ਜਿਹੜੀ ਹੈ ਕੀਮਤਾਂ ਜਿਹੜੀਆਂ ਹੈਗੀਆਂ ਹਰ ਇੱਕ ਚੀਜ਼ ਦੀ ਕੀਮਤ ਲੈ ਲਓ ਵਧੀ ਜਾ ਰਹੀ ਹੈ। ਬੇਸਿਕ ਨੀਡਸ ਦੀਆਂ ਜਿਹੜੀਆਂ ਜ਼ਰੂਰਤਾਂ ਵਾਲੀਆਂ ਹੈਗੀਆਂ ਚੀਜ਼ਾਂ ਫੂਡ ਕਲੋਥ ਜਾਂ ਆਪਾਂ ਗੱਲ ਕਰਦੇ ਹਾਂ ਹਾਊਸ ਦੀ ਵੀ ਗੱਲ ਕਰਦੇ ਹਾਂ, ਸਾਰੀ ਚੀਜ਼ਾਂ ਦੀ ਕੀ ਹੈ ਕੀਮਤ ਡੇ ਬਾਏ ਡੇ ਕੀ ਹੋ ਰਿਹਾ ਰਾਈਜ਼ ਹੋ ਰਿਹਾ। ਜਦੋਂ ਉਹਨਾਂ ਦੀ ਕੀਮਤਾਂ ਰਾਈਜ਼ ਹੋ ਰਹੀਆਂ ਅਤੇ ਜਿਹੜੀ ਇਨਕਮ ਲੈਵਲ ਉਹ ਕੀ ਹੋਈ ਜਾ ਰਿਹਾ ਲੋ ਹੋਈ ਜਾ ਰਿਹਾ, ਜਿਹਦੇ ਕਰਕੇ ਵੀ ਪਾਵਰਟੀ ਇਨਕਰੀਜ਼ ਹੋ ਰਹੀ ਹੈ। ਅੱਗੇ ਕੀ ਹੈ ਫਾਲਟੀ ਇਕਨੋਮਿਕ ਪੋਲਿਸੀ ਕਿ ਜਿਹੜੀ ਆਪਣੀ ਕੰਟਰੀ ਦੇ ਵਿੱਚ ਇਕੋਨਮੀ ਪੋਲਿਸੀ ਬਣਾਈ ਜਾਂਦੀ ਹੈ ਉਹਦਾ ਵੀ ਕੋਈ ਇੰਨਾ ਬੈਨੀਫਿਟ ਜਿਹੜਾ ਹੈਗਾ ਉਹ ਆਪਣੀ ਕੰਟਰੀ ਨੂੰ ਨਹੀਂ ਮਿਲ ਰਿਹਾ, ਕਿਉਂਕਿ ਜਿਹੜੀ ਇਕੋਨਮੀ ਪੋਲਿਸੀ ਜਿਹੜੀ ਹੈਗੀ ਹੈ ਉਹ ਅੱਛੀ ਇਕੋਨਮਿਕ ਪੋਲਿਸੀ ਨਹੀਂ ਬਣਾਈ ਜਾਂਦੀ, ਜਿਹਦੇ ਕਰਕੇ ਕੀ ਹੈਗਾ ਕਿ ਪੂਅਰ ਬਿਕਮ ਮੋਰ ਪੂਅਰ ਐਂਡ ਰਿਚਰ ਬਿਕਮ ਮੋਰ ਰਿਚਰ, ਉਹ ਰਿਚਰ ਬਣੀ ਜਾ ਰਹੇ। ਜਿੱਦਾਂ ਹੁਣ LPG ਪੋਲਿਸੀ ਬਣਾਈ ਸੀਗੀ, L ਫॉर ਲਿਬਰਲਾਈਜੇਸ਼ਨ, P ਫॉर ਪ੍ਰਾਈਵੇਟਾਈਜੇਸ਼ਨ, G ਫॉर ਗਲੋਬਲਾਈਜੇਸ਼ਨ। ਹੁਣ ਇਹ ਜਿਹੜੀ ਪੋਲਿਸੀ ਬਣਾਈ ਸੀਗੀ 1991 ਦੇ ਵਿੱਚ ਇਹ ਕੁਝ ਐਕਸਟੈਂਟ ਤੱਕ ਸਕਸੈਸਫੁਲ ਹੋਈ ਹੈ, ਬਟ ਕੁਝ ਐਕਸਟੈਂਟ ਤੋਂ ਬਾਅਦ ਇਹ ਨਹੀਂ ਸਕਸੈਸਫੁਲ ਹੋਈ, ਕਿਉਂਕਿ ਇਸ ਪੋਲਿਸੀ ਤੋਂ ਜਿਹੜਾ ਬੈਨੀਫਿਟ ਮਿਲਣਾ ਸੀਗਾ ਜਿਹੜੇ ਰਿਚ ਕਲਾਸ ਬਿਜ਼ਨਸਮੈਨ ਹੈ ਉਹਨਾਂ ਨੂੰ ਮਿਲਣਾ ਸੀ, ਜਿਹੜੇ ਛੋਟੇ ਬਿਜ਼ਨਸਮੈਨ ਹੈ ਉਹਨਾਂ ਦੇ ਵਾਸਤੇ ਕੋਈ ਵੀ ਇਸ ਪੋਲਿਸੀ ਦੇ ਵਿੱਚ ਗੱਲਬਾਤ ਜੋ ਹੈ ਮੈਂਸ਼ਨ ਨਹੀਂ ਕੀਤੀ ਗਈ ਸੀ, ਸਟੇਟਮੈਂਟ ਮੈਂਸ਼ਨ ਨਹੀਂ ਕੀਤੀ ਗਈ ਸੀ। ਓਨਲੀ ਫॉर ਦਾ ਜਿਹੜੇ ਵੱਡੇ ਬਿਜ਼ਨਸ ਹੈਗੇ ਆ ਉਹਨਾਂ ਵਾਸਤੇ ਜਿਹੜੀ ਇਹਦੇ ਵਿੱਚ ਪੋਲਿਸੀਜ਼ ਬਣਾਈਆਂ ਗਈਆਂ ਸੀ, ਜਿਹਦੇ ਕਰਕੇ ਕੀ ਹੈ ਕਿ ਜਿਹੜੇ ਜਾਇੰਟਸ ਬਿਜ਼ਨਸ ਹੈ ਵੱਡੇ ਬਿਜ਼ਨਸ ਹੈ ਉਹਨਾਂ ਨੇ ਤਾਂ ਆਪਣਾ ਫਾਇਦਾ ਚੱਕ ਲਿਆ, ਪਰ ਜਿਹੜੇ ਛੋਟੇ ਬਿਜ਼ਨਸ ਹੈ ਉਹ ਸਟਿਲ ਜੋ ਹੈ ਉੱਦਾਂ ਦੇ ਹੀ ਰਹੇ, ਜਿਹਦੇ ਕਰਕੇ ਕੀ ਹੈ ਕਿ ਫਾਲਟੀ ਇਕਨੋਮਿਕ ਪੋਲਿਸੀ ਹੋਣ ਕਰਕੇ ਵੀ ਜਿਹੜਾ ਬਿਜ਼ਨਸ ਨੂੰ ਪ੍ਰੋਬਲਮ ਹੁੰਦੀ ਹੈ, ਔਰ ਜਿਹਦੇ ਕਰਕੇ ਕੀ ਹੈ ਪਾਵਰਟੀ ਜੋ ਹੈ ਡੇ ਬਾਏ ਡੇ ਕੰਟਰੀ ਦੇ ਵਿੱਚ ਇਨਕਰੀਜ਼ ਹੋਈ ਜਾ ਰਹੀ ਹੈ, ਕਿਉਂਕਿ ਜਦੋਂ ਬਿਜ਼ਨਸ ਹੀ ਨਹੀਂ ਅੱਛਾ ਚੱਲੇਗਾ, ਇਨਕਮ ਹੀ ਨਹੀਂ ਹੋਏਗੀ, ਅਤੇ ਜਿਹਦੇ ਕਰਕੇ ਕੀ ਹੋਏਗਾ ਪਾਵਰਟੀ ਵੀ ਰੇਜ਼ ਹੋਏਗੀ। ਹੁਣ ਸ਼ੋਰਟੇਜ ਆਫ ਕੈਪੀਟਲ ਐਂਡ ਏਬਲ ਐਂਟਰਪ੍ਰੀਨਿਓਰਸ਼ਿਪ। ਹੁਣ ਇੱਕ ਪ੍ਰੋਬਲਮ ਹੋਰ ਕੀ ਹੈ ਕਿ ਸਾਡੇ ਇੰਡੀਆ ਦੇ ਵਿੱਚ ਪੈਸੇ ਦੀ ਕਮੀ ਹੈ, ਮਨੀ ਦੀ ਕਮੀ ਹੈਗੀ ਹੈ, ਪੀਪਲਸ ਜ਼ਿਆਦਾ ਹੈ ਐਂਡ ਮਨੀ ਕੀ ਹੈ ਥੋੜ੍ਹਾ ਹੈ। ਐਂਡ ਜਿਹੜੇ ਏਬਲ ਐਂਟਰਪ੍ਰੀਨਿਓਰਸ਼ਿਪ ਕਿ ਅੱਛੇ ਬਿਜ਼ਨਸਮੈਨ ਦੀ ਵੀ ਕਮੀ ਹੈ, ਕਿਉਂਕਿ ਨਾ ਤਾਂ ਅੱਛਾ ਬਿਜ਼ਨਸਮੈਨ ਹੈ ਨਾ ਤਾਂ ਮਨੀ ਹੈਗਾ ਹੈ, ਠੀਕ ਹੈ। ਹੁਣ ਚਲੋ ਮਤਲਬ ਕਿ ਅਸੀਂ ਫਾਈਨਾਂਸ ਹੋ ਸਕਦਾ ਹੈ ਲੋਨ ਲੈ ਕੇ ਵੀ ਕਿਸੇ ਹੋਰ ਕੰਟਰੀ ਤੋਂ ਸਾਡੀ ਗੌਰਮੈਂਟ ਲੈ ਦੇ, ਪਰ ਸਾਡੇ ਕੋਲ ਜਿਹੜੇ ਅੱਛੇ ਐਂਟਰਪ੍ਰੀਨਿਓਰ ਹੀ ਨਹੀਂ ਹੈ, ਅੱਛੇ ਬਿਜ਼ਨਸਮੈਨ ਹੀ ਨਹੀਂ ਹੈ, ਜਿਨ੍ਹਾਂ ਕੋਲ ਅੱਛੀ ਸਟ੍ਰੈਟਜੀ ਹੋਵੇ, ਵੈਲ ਐਜੂਕੇਟਿਡ ਬਿਜ਼ਨਸਮੈਨ ਨਹੀਂ ਹੈ। ਤੁਸੀਂ ਵੀ ਨੋਰਮਲੀ ਦੇਖੋਗੇ ਕਿ ਇੰਡੀਅਨ ਸਟਰਕਚਰ ਵਿੱਚ ਕੀ ਹੈਗਾ ਕਿ ਜਿਹੜੇ ਬਿਜ਼ਨਸਮੈਨ ਹੈਗੇ ਆ ਮੋਸਟਲੀ ਅਨਐਜੂਕੇਟਿਡ ਹੈਗੇ ਹੈ, ਜਾਂ ਮਤਲਬ ਕਿ ਘੱਟ ਪੜ੍ਹੇ ਲਿਖੇ ਹੈ। ਮਤਲਬ ਕਿ ਜਿਹੜੇ ਬਿਜ਼ਨਸਮੈਨ ਹੈਗੇ ਹੈ ਹਰ ਕਿਸੇ ਬਿਜ਼ਨਸਮੈਨ ਅਗਰ ਡਿਗਰੀ ਹੋਲਡ ਕਰਕੇ ਅਗਰ ਬਿਜ਼ਨਸਮੈਨ ਬਣੇ ਅਤੇ ਜਿਹਦੇ ਕਰਕੇ ਕੀ ਹੈ ਉਹ ਬਿਜ਼ਨਸ ਜੋ ਹੈ ਜ਼ਿਆਦਾ ਸਕਸੈਸਫੁਲ ਹੋਵੇ, ਜੋ ਕਿ ਸਾਡੇ ਇੱਥੇ ਇੰਡੀਆ ਵਿੱਚ ਦੇਖਣ ਨੂੰ ਨਹੀਂ ਮਿਲਦਾ। ਇਹਦੇ ਕਰਕੇ ਵੀ ਇਹ ਵੀ ਇੱਕ ਰੀਜ਼ਨ ਹੈ ਪਾਵਰਟੀ ਦਾ, ਲੈਕ ਆਫ ਐਜੂਕੇਸ਼ਨ ਐਂਡ ਲਿਟਰੇਸੀ, ਕਿ ਇੰਡੀਆ ਦੇ ਵਿੱਚ ਜਿਹੜਾ ਹੈਗਾ ਐਜੂਕੇਸ਼ਨ ਸਿਸਟਮ ਵੀ ਅੱਛਾ ਨਹੀਂ ਹੈਗਾ, ਪ੍ਰੋਪਰ ਐਜੂਕੇਸ਼ਨ ਸਿਸਟਮ ਨਹੀਂ ਹੈਗਾ। ਐਂਡ ਇਲਿਟਰੇਸੀ ਕਿ ਜ਼ਿਆਦਾਤਰ ਲੋਕ ਕੀ ਹੈਗੇ ਅਨਪੜ੍ਹ ਹੈਗੇ ਹੈ, ਜਿਹਦੇ ਕਰਕੇ ਉਹਨਾਂ ਨੂੰ ਜਿੰਨੀ ਵੀ ਸੈਲਰੀ ਦਿਓ ਉਹ ਕੰਮ ਕਰੀ ਜਾਂਦੇ ਹੈਗੇ ਆ, ਜਿਹਦੇ ਕਰਕੇ ਕਿ ਪੜ੍ਹੇ ਲਿਖੇ ਲੋਕਾਂ ਨੂੰ ਵੀ ਪ੍ਰੋਬਲਮ ਆਉਂਦੀ ਹੈ। ਜੇ ਉਹ ਵੀ ਅਗੇਂਸਟ ਆਉਂਦੇ ਹੈ ਅਤੇ ਉਹਨਾਂ ਨੂੰ ਜੋ ਹੈ ਜੋਬ ਤੋਂ ਮਤਲਬ ਕਿ ਕੱਢਣ ਦੀ ਧਮਕੀ ਦੇ ਕੇ ਜਾਂ ਕਿੱਦਾਂ ਵੀ ਜੋ ਹੈ ਉਹਨਾਂ ਨੂੰ ਜੋ ਵੀ ਬੇਸਿਸ ਮਿਲ ਰਿਹਾ ਉਹਦੇ ਸੇਮ ਬੇਸਿਸ 'ਤੇ ਕੰਮ ਕਰਵਾਇਆ ਜਾਂਦਾ। ਯਾਨੀ ਕਿ ਲੈਕ ਆਫ ਐਜੂਕੇਸ਼ਨ ਐਂਡ ਇਲਿਟਰੇਸੀ ਹੋਣ ਕਰਕੇ ਵੀ ਜਿਹੜੀ ਹੈਗੀ ਹੈ ਪ੍ਰੋਬਲਮ ਅਰਾਈਜ਼ ਹੋ ਰਹੀ ਹੈ, ਪਾਵਰਟੀ ਹੋ ਰਹੀ ਹੈ। ਲੈਕ ਆਫ ਦਾ ਸਕਿੱਲਡ ਲੇਬਰ। ਹੁਣ ਮਤਲਬ ਕਿ ਜਿਹੜੇ ਸਕਿੱਲ ਲੇਬਰ ਹੈ, ਜਿਹੜੇ ਸਹੀ ਵਿੱਚ ਮਿਹਨਤੀ ਲੇਬਰ ਹੈਗੇ ਹੈ, ਠੀਕ ਹੈ। ਹੁਣ ਇਹਦੇ ਵਿੱਚ ਕੀ ਲੈਕ ਆਫ ਸਕਿੱਲ ਲੇਬਰ ਕਿ ਮਤਲਬ ਕਿ ਅਗਰ ਮਿਹਨਤੀ ਲੇਬਰ ਹੋਣ ਵਧੀਆ ਕੰਮ ਕਰਨਗੇ ਅਤੇ ਜਿਹੜੀ ਇਕੋਨਮੀ ਹੈਗੀ ਉਹਨੂੰ ਬੈਨੀਫਿਟ ਹੋਏਗਾ, ਗਰੀਬੀ ਜਿਹੜੀ ਹੈ ਨਹੀਂ ਹੋਏਗੀ। ਪਰ ਜਿਹੜਾ ਲੇਬਰ ਹੈਗਾ ਅੱਛਾ ਲੇਬਰ ਜਿਹੜਾ ਹੈਗਾ ਉਹ ਵੀ ਪ੍ਰੋਵਾਈਡ ਨਹੀਂ ਹੋ ਰਿਹਾ, ਕਿਉਂਕਿ ਜਿਹੜੇ ਲੇਬਰ ਹੈਗੇ ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਨਹੀਂ ਹੈ
कि काम जो है किस तरीके दे नाल करना है, किस तरीके नाल नहीं करना, उन्होंने इस चीज़ की समझ नहीं है। इस वजह के नाल भी प्रॉब्लम आ रही है। आउटडेटेड सोशल कस्टम, हुण मतलब कि आउटडेटेड सोशल कस्टम हुण साडे इंडिया दे विच ही तुसीं लै लो, स्टिल अज इन्ने साल इंडिपेंडेंट होने तो बाद स्टिल अजे कास्ट सिस्टम हैगा है, अजे स्टिल भेदभाव किया जाता है, अजे स्टिल छूआछात की प्रॉब्लम अजे भी देखने को मिलती हैगी है। तो जिहदे करके की हैगा है कि ਜਿਹੜੇ ਇਹ ਲੋਕ ਹੈਗੇ ਹੈ ਇਹ ਅਗਰ ਕਿਤੇ ਜੋਬ ਕਰਵਾਈ ਵੀ ਜਾਂਦੀ ਹੈ ਇਹਨਾਂ ਨੂੰ, ਅਤੇ ਇਹਨਾਂ ਤੋਂ ਇਹਨਾਂ ਨੂੰ ਕਾਫੀ ਜਿਹੜੇ ਹੈਗੇ ਹੈ ਲੋ ਪੈਸੇ ਰੇਟ 'ਤੇ ਪੈਸੇ ਦਿੱਤੇ ਜਾਂਦੇ ਹੈ, ਜਿਹਦੇ ਕਰਕੇ ਕੀ ਹੈਗਾ ਹੈ ਕਿ ਜਿਹੜਾ ਇਕੋਨਮੀ ਹੈ ਇਹਦੇ ਵਿੱਚੋਂ ਪਾਵਰਟੀ ਖਤਮ ਨਹੀਂ ਹੋ ਰਹੀ ਐਂਡ ਡੇ ਬਾਏ ਡੇ ਪਾਵਰਟੀ ਇਨਕਰੀਜ਼ ਹੋਈ ਜਾ ਰਹੀ ਹੈ। ਅੱਗੇ ਕੀ ਹੈ ਕਰਪਸ਼ਨ, ਕਰਪਸ਼ਨ ਕੀ ਹੈ ਭ੍ਰਿਸ਼ਟਾਚਾਰ। ਹੁਣ ਇੰਡੀਆ ਇਕੋਨਮੀ ਵਿੱਚ ਕਰਪਸ਼ਨ ਔਰ ਭ੍ਰਿਸ਼ਟਾਚਾਰ ਵੀ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਹੈ, ਕਿਉਂਕਿ ਜਿਹੜਾ ਕੋਈ ਪਰਸਨ ਜਿਹੜਾ ਹੈਗਾ ਹੈ ਹਰ ਕੋਈ ਪਰਸਨ ਇੱਥੇ ਇਹੀ ਕਰਨ ਲੱਗਾ ਹੋਇਆ ਕਿ ਉਹ ਵੈਲਥ ਜੋ ਹੈ ਇਕੱਠੀ ਕਰ ਲੈਣ, ਪੈਸਾ ਇਕੱਠਾ ਕਰ ਲੈਣ, ਦੇਸ਼ ਦੀ ਡਿਵੈਲਪਮੈਂਟ ਬਾਰੇ ਨਹੀਂ ਸੋਚਿਆ ਜਾਂਦਾ, ਠੀਕ ਹੈ। ਐਂਡ ਜਿਹੜੇ ਆਫਿਸਰਸ ਲੈਵਲ 'ਤੇ ਬੈਠੇ ਹੋਏ ਜ਼ਿਆਦਾ ਤੋਂ ਜ਼ਿਆਦਾ ਕਰਪਸ਼ਨ ਕਰਦੇ ਹੈ, ਚਾਹੇ ਕਿੰਨਾ ਟਾਈਮ ਜਿਹੜਾ ਹੈਗਾ ਕੰਮ ਨੂੰ ਹੋ ਜੇ ਉਹ ਪ੍ਰੋਪਰਲੀ ਕੰਮ ਨਹੀਂ ਕਰਦੇ, ਕਰਪਸ਼ਨ ਕਰਦੇ ਹੈ, ਅਤੇ ਜਿਹਦੇ ਕਰਕੇ ਕੀ ਹੈਗਾ ਹੈ ਕਿ ਗੌਰਮੈਂਟ ਜਿਹੜੀ ਹੈਗੀ ਹੈ ਆਪਣੀ ਇੰਡੀਆ ਦੀ ਇਹ ਵੀ ਜਿਹੜੀ ਹੈਗੀ ਕਰਪਟਡ ਹੈਗੀ ਹੈ, ਠੀਕ ਹੈ। ਇਹ ਪੂਰੀ ਪ੍ਰੋਪਰ ਸਕੀਮਸ ਜਿਹੜੀ ਹੈਗੀ ਅੱਛੀਆਂ ਨਹੀਂ ਬਣਾਉਂਦੀਆਂ, ਇਹਦੇ ਵਜ੍ਹਾ ਦੇ ਨਾਲ ਵੀ ਜਿਹੜੀ ਹੈਗੀ ਹੈ ਗਰੀਬੀ ਇਨਕਰੀਜ਼ ਹੋਈ ਜਾ ਰਹੀ ਹੈ। ਲੈਕ ਆਫ ਇੰਡੀਵਿਜੂਅਲ ਐਫਰਟ, ਹੁਣ ਜਿਹੜੀ ਹੈਗੀ ਹੈ ਕੰਮ ਦੇ ਵਿੱਚ ਜਿਹੜੇ ਹੈਗੇ ਇੰਡੀਵਿਜੂਅਲ ਐਫਰਟ ਨਹੀਂ ਹੈਗਾ, ਮਤਲਬ ਕਿ ਪਰਸਨ ਜਿਹੜੇ ਹੈਗਾ ਕੰਮ ਕਰਕੇ ਰਾਜੀ ਹੀ ਨਹੀਂ ਹੈਗੇ, ਠੀਕ ਹੈ। ਜਿਹਦੇ ਕਰਕੇ ਕੀ ਹੈਗਾ ਮੋਸਟ ਆਫ ਦਾ ਪੀਪਲਸ ਕੀ ਚਾਹੁੰਦੇ ਹੈ ਕਿ ਉਹ ਫਰੀਲੀ ਜਿਹੜਾ ਹੈਗਾ ਖਾਣ ਪੀਣ, ਠੀਕ ਹੈ, ਉਹ ਕੋਈ ਕੰਮ ਕਰੇ ਔਰ ਉਹ ਜੋ ਹੈ ਈਜ਼ਲੀ ਵੇ ਦੇ ਨਾਲ ਕੰਮ ਕਰਨ, ਠੀਕ ਹੈ। ਇਹਨਾਂ ਸਾਰਿਆਂ ਕਰਕੇ ਵੀ ਕੀ ਹੈਗਾ ਕਿ ਜਿਹੜਾ ਹੈਗਾ ਪਾਵਰਟੀ ਇਨਕਰੀਜ਼ ਹੋਈ ਜਾ ਰਹੀ ਹੈ। ਇਨਕਮ ਕਈ ਜਿਹੜੇ ਲੋਕ ਹੈਗੇ ਹੈ ਇਨਕਮ ਨਹੀਂ ਕਰਦੇ, ਕੰਮ ਨਹੀਂ ਕਰਦੇ, ਬਟ ਮਤਲਬ ਕਿ ਜਿੱਦਾਂ ਡਰਿੰਕਿੰਗ, ਗੈਂਬਲਿੰਗ ਇਹ ਸਭ ਕੁਝ ਕਰਦੇ ਹੈ, ਜਿਹਦੇ ਨਾਲ ਕੀ ਹੈ ਕਿ ਫੈਮਿਲੀ ਦੀ ਜਿਹੜੀ ਇਨਕਮ ਜੋ ਹੈ ਡੇ ਬਾਏ ਡੇ ਘੱਟ ਜਾਂਦੀ ਹੈਗੀ ਹੈ ਐਂਡ ਜਿਹਦੇ ਕਰਕੇ ਵੀ ਪਾਵਰਟੀ ਆ ਰਹੀ ਹੈ। ਪੋਲੀਟੀਕਲ ਫੈਕਟਰ ਜਿੱਦਾਂ ਆਪਾਂ ਇਹਦੇ ਵਿੱਚ ਐਗਜ਼ਾਮਪਲ ਲੈਂਦੇ ਹਾਂ ਬ੍ਰਿਟਿਸ਼ ਦਾ ਲੈਂਦੇ ਹਾਂ ਕਿ ਆਪਣੇ ਇੰਡੀਆ ਦੇ ਵਿੱਚ ਕਾਫੀ ਟਾਈਮ ਜੋ ਹੈ ਬ੍ਰਿਟਿਸ਼ ਨੇ ਰੂਲ ਕੀਤਾ, ਠੀਕ ਹੈ। ਉਹਨਾਂ ਨੇ ਜਿਹੜੀ ਵੀ ਸਾਡੀ ਇੰਡੀਅਨ ਦੀ ਇਕੋਨਮੀ ਦੀ ਫਾਈਨਾਂਸ ਸੀਗਾ ਉਹ ਸਭ ਕੁਝ ਜੋ ਹੈ ਉਹਨਾਂ ਨੇ ਲੁੱਟ ਮਾਰ ਕਰ ਲਈ, ਠੀਕ ਹੈ। ਹੁਣ ਉਸ ਚੀਜ਼ ਵਜ੍ਹਾ ਤੋਂ ਟਾਈਮ ਤੋਂ ਜਿਹੜੀ ਹੈਗੀ ਹੈ ਇਹ ਚੱਲਿਆ ਆ ਰਿਹਾ ਹੈ ਕਿ ਡੇ ਬਾਏ ਡੇ ਜਿਹੜਾ ਹੈਗਾ ਸਾਡੇ ਪ੍ਰੋਬਲਮ ਆ ਰਹੀ ਹੈ। ਹੁਣ ਜਿਹੜੇ ਸਾਡੇ ਆਪਣੇ ਪੋਲੀਟੀਕਲ ਲੀਡਰ ਵੀ ਹੈ, ਗੌਰਮੈਂਟਸ ਵੀ ਹੈਗੇ ਹੈ, ਹੁਣ ਉਹ ਵੀ ਜਿਹੜੇ ਹੈਗੇ ਹੈ ਕਰਪਸ਼ਨ ਵੱਲ ਹੈਗੇ ਹੈ, ਉਹ ਵੀ ਜਿਹੜੇ ਹੈਗੇ ਇਕੋਨਮੀ ਨੂੰ ਡਿਵੈਲਪ ਕਰਨ ਦੀ ਨਹੀਂ ਸੋਚਦੇ, ਜਿਹਦੇ ਵਜ੍ਹਾ ਦੇ ਨਾਲ ਜਿਹੜੀ ਹੈਗੀ ਹੈ ਡੇ ਬਾਏ ਡੇ ਜਿਹੜੀ ਹੈਗੀ ਹੈ ਗਰੀਬੀ ਜਿਹੜੀ ਹੈਗੀ ਹੈ ਵਧੀ ਜਾ ਰਹੀ ਹੈ, ਠੀਕ ਹੈ। ਇਹ ਸਾਰੇ ਕਾਰਨ ਹੈਗੇ ਜਿਨ੍ਹਾਂ ਕਰਕੇ ਜਿਹੜੀ ਹੈਗੀ ਹੈ ਪਾਵਰਟੀ ਦੇਖਣ ਨੂੰ ਮਿਲਦੀ ਹੈਗੀ ਹੈ। ਥੈਂਕ ਯੂ ਸਟੂਡੈਂਟਸ ਫॉर ਵਾਚਿੰਗ ਦਿਸ ਵੀਡੀਓ।